ਕੀ ਕਿਹਾ ਸੀ परमेश्वर ने? तू संसार ਦੇ ਵਿੱਚ ਜਾਏਗਾ, ਹੁਣ ਜ਼ਮੀਨ 'ਚ ਤੂੰ ਬੀਜ ਬੀਜੇਗਾ, ਉਹ ਤੇਰੇ ਲਈ ਕੀ ਉਗਾਏਗੀ? ਉੱਚੀ ਬੋਲਿਆ ਕਰੋ। ਤੇ ਪਰਮੇਸ਼ਰ ਨੇ ਕੰਡਿਆਲਿਆਂ ਦਾ ਬੀਜ ਬੀਜਣ ਨੂੰ ਕਿਹਾ ਸੀ, ਪਰਮੇਸ਼ਰ ਨੇ ਝਾੜੀਆਂ ਦਾ ਬੀਜ ਬੀਜਣ ਨੂੰ ਕਿਹਾ ਸੀ। ਪਰਮੇਸ਼ਰ ਨੇ ਕਿਹਾ ਤੂੰ ਬੀਜ ਬੀਜੇਗਾ, ਪਰ ਉਹ ਤੇਰੇ ਲਈ, ਕਿਉਂਕਿ ਸੰਸਾਰ ਵਿੱਚ ਕੰਡਿਆਲੇ ਆ, ਕੰਡਿਆਲੇ ਵੀ ਪੈਰਾਂ ਨੂੰ ਚੁੱਭਦੇ ਆ ਤੇ ਝਾੜੀਆਂ ਵੀ ਪੈਰਾਂ 'ਚ ਫਸਾ ਲੈਂਦੀਆਂ। ਨਾ ਝਾੜੀਆਂ ਅੱਗੇ ਵਧਣ ਦਿੰਦੀਆਂ, ਨਾ ਕੰਡਿਆਲੇ ਅੱਗੇ ਨੂੰ ਵਧਣ ਦਿੰਦੇ। ਇਹ ਕਦੋਂ ਸਾਡੀ ਜ਼ਿੰਦਗੀ 'ਚ ਹੁੰਦਾ? ਜਦੋਂ ਅਸੀਂ ਪ੍ਰਭੂ ਨੂੰ ਛੱਡ ਕੇ ਸੰਸਾਰ 'ਚ ਚਲੇ ਜਾਂਦੇ ਹਾਂ। ਪ੍ਰਭੂ 'ਚ ਰਹਿ ਕੇ ਵੀ ਸੰਸਾਰ ਦੇ ਵਿੱਚ ਆਪਣਾ ਹੱਥ ਰੱਖਦੇ ਹਾਂ। ਇਹ ਅੱਜ ਨਹੀਂ ਮਹਿਸੂਸ ਹੋ ਰਿਹਾ, ਲੇਕਿਨ ਅੱਗੇ ਇੱਕ ਦਿਨ ਹੋਵੇਗਾ, ਅੱਗੇ ਇੱਕ ਦਿਨ ਹੋਵੇਗਾ ਕਿ ਜੇ ਤੁਸੀਂ ਲੱਭਦੇ ਆ ਕਿ ਸਾਡਾ ਸੰਸਾਰ 'ਚੋਂ ਆਨੰਦ ਆ, ਸਾਡਾ ਫਲਾਨਿਆਂ 'ਚ ਆਨੰਦ ਆ, ਸਾਡੀ ਫਲਾਨਿਆਂ ਨਾਲ ਖੁਸ਼ੀ ਪੂਰੀ ਹੁੰਦੀ ਆ, ਉਹੀ ਫਲਾਨੇ ਇੱਕ ਦਿਨ ਆਫਤ ਬਣ ਜਾਣਗੇ। ਫਿਰ ਖੁਦਾ ਕੋਲ ਆਉਣਾ ਆ, ਖੁਦਾ ਦੇ ਅੱਗੇ ਹਥਿਆਰ ਸੁੱਟਣੇ ਆ। ਇਹ ਤੋਂ ਪਹਿਲਾਂ ਕਿ ਕੋਈ ਘਾਟਾ ਸੰਸਾਰ ਪਾਵੇ, ਖੁਦਾ ਦੇ ਅੱਗੇ ਪਹਿਲਾਂ ਹੀ ਝੁਕ ਜਾਓ, ਹਥਿਆਰ ਸੁੱਟਣ ਦੀ ਲੋੜ ਹੀ ਨਹੀਂ ਪੈਣੀ। ਹਾਲੇਲੂਇਆ, ਹਥਿਆਰ ਸੁੱਟਣ ਦੀ ਲੋੜ ਹੀ ਨਹੀਂ ਪੈਣੀ। ਹਾਲੇਲੂਇਆ। ਫਿਰ ਪੜ੍ਹੀਏ, ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤੂਆਂ ਨਾਲ ਜੋ ਸੰਸਾਰ ਵਿੱਚ ਹਨ। ਸੰਸਾਰ ਦੇ ਨਾਲ ਮੋਹ ਨਾ ਰੱਖੋ ਕਿ ਸੰਸਾਰ ਦੀਆਂ ਵਸਤੂਆਂ ਸਾਡੇ ਕੋਲ ਹੋਣਗੀਆਂ, ਸੰਸਾਰ ਦਾ ਸੁੱਖ ਸਾਡੇ ਕੋਲ ਹੋਵੇਗਾ, ਤਦੇ ਹੀ ਜੀਵਨ ਹੋਵੇਗਾ, ਤਦੇ ਹੀ ਖੁਸ਼ੀ ਹੋਵੇਗੀ, ਤਦੇ ਹੀ ਅਸੀਂ ਬਚ ਪਾਵਾਂਗੇ, ਤਦੇ ਹੀ ਸਾਡਾ ਛੁਟਕਾਰਾ ਹੋਵੇਗਾ। ਸ਼ਾਇਦ ਹੋ ਸਕਦਾ ਉਹਨਾਂ ਦੇ ਨਾਲ ਮਿਲ ਕੇ ਸਾਨੂੰ ਖੁਸ਼ੀ ਮਿਲ ਜਾਏ, ਤੰਦਰੁਸਤੀ ਮਿਲ ਜਾਏ, ਪਰ ਸਾਡੀ ਅਸਲ ਜ਼ਿੰਦਗੀ ਕਿਹਦੇ ਕੋਲ ਆ? ਸਾਡੀ ਅਸਲ ਜ਼ਿੰਦਗੀ ਪਰਮੇਸ਼ਰ ਨੇ ਆਪਣੇ ਪੁੱਤਰ ਵਿੱਚ ਰੱਖ ਦਿੱਤੀ ਆ। ਇਸੇ ਲਈ ਯੋਹੰਨਾ ਦੀ ਅੰਜੀਲ ਦੇ ਵਿੱਚ 3 ਅਧਿਆਇ ਦੀ 16 ਆਇਤ ਵਿੱਚ ਬਿਆਨ ਕੀਤਾ, ਕਹਿੰਦਾ ਕਿ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ। ਹਰੇਕ ਜਿਹੜਾ ਉਹਦੇ ਤੇ ਵਿਸ਼ਵਾਸ ਕਰੇਗਾ ਨਾਸ਼ ਨਾ ਹੋਵੇ, ਸਦੀਪਕ ਜੀਵਨ ਪਾਵੇ। ਇਹ ਸਾਖੀ ਉਹ ਹੈ ਭਾਈ, ਪਰਮੇਸ਼ਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ। ਪਰਮੇਸ਼ਰ ਨੇ ਮੈਨੂੰ ਐਦਾਂ ਦਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਮੇਰੇ ਲਈ ਭੇਜਿਆ, ਕਿਉਂਕਿ ਪ੍ਰਭੂ ਦੀਆਂ ਅੱਖਾਂ ਦੇ ਸਾਹਮਣੇ ਮੈਂ ਨਾਸ਼ ਹੋ ਰਿਹਾ ਸੀ, ਮੈਂ ਪੀੜਾ ਦੇ ਵਿੱਚ ਸੀ, ਮੈਂ ਕਸ਼ਟ ਵਿੱਚ ਸੀ ਔਰ ਮਰਨਾ ਚਾਹੁੰਦਾ ਸੀ। 6 ਵਾਰ ਮੈਂ ਮਰਨ ਦੀ ਕੋਸ਼ਿਸ਼ ਕੀਤੀ। ਪਰਮੇਸ਼ਰ ਨੇ ਇੱਕ ਪ੍ਰੇਮੀ ਦੇ ਦੁਆਰਾ ਰਾਤ ਦੇ ਵੇਲੇ ਵਚਨ ਭੇਜਿਆ। ਉਸ ਪ੍ਰੇਮੀ ਨੇ ਕਿਹਾ, ਪਰਮੇਸ਼ਰ ਦੇ ਪੁੱਤਰ ਯਿਸੂ ਤੇ ਵਿਸ਼ਵਾਸ ਕਰ, ਤੈਨੂੰ ਮਰਨ ਦੀ ਲੋੜ ਨਹੀਂ ਆ, ਕਿਉਂਕਿ ਪਰਮੇਸ਼ਰ ਨੇ ਤੈਨੂੰ ਮੌਤ ਨਹੀਂ ਭੇਜੀ, ਪਰਮੇਸ਼ਰ ਨੇ ਤੇਰੇ ਲਈ ਕਸ਼ਟ ਨਹੀਂ ਤਿਆਰ ਕੀਤਾ, ਪਰਮੇਸ਼ਰ ਨੇ ਤੇਰੇ ਲਈ ਆਪਣਾ ਇਕਲੌਤਾ ਪੁੱਤਰ ਭੇਜਿਆ ਹੈ, ਤਾਂ ਉਹਦੇ ਵਿੱਚ ਤੇਰੀ ਜ਼ਿੰਦਗੀ ਆ। ਹਾਲੇਲੂਇਆ। ਤੇ ਜੇ ਉਦੋਂ ਵਚਨ ਤੇ ਧਿਆਨ ਨਾ ਦਿੰਦਾ, ਇੱਥੇ ਤਾਂ ਕੀ, ਮੈਂ ਆਪਣੇ ਮਾਂ-ਬਾਪ ਕੋਲ ਵੀ ਨਹੀਂ ਹੋਣਾ ਸੀ, ਆਪਣੇ ਭਾਈਆਂ ਭੈਣਾਂ ਕੋਲ ਵੀ ਨਹੀਂ ਹੋਣਾ ਸੀ, ਜੋ ਮੈਂ ਅੰਦਰਗਤੀ ਅਬ ਮਰਨ ਦੀ ਕੋਸ਼ਿਸ਼ ਕੀਤੀ ਮੈਂ ਬੜੀ ਵਾਰ। ਪਰ ਪਰਮੇਸ਼ਰ ਮੌਕਾ ਦੇਣਾ ਚਾਹੁੰਦਾ ਸੀ ਮੈਨੂੰ ਕਿ ਦੁਨੀਆ ਦੇ ਹਰ ਉੱਤੇ ਤੂੰ ਵਿਸ਼ਵਾਸ ਕੀਤਾ, ਚਾਰੇ ਦਿਸ਼ਾਵਾਂ ਤੇ ਤੂੰ ਵਿਸ਼ਵਾਸ ਕੀਤਾ, ਦੁਨੀਆ ਦੀ ਹਰ ਇੱਕ ਗੱਲ ਤੇ ਵਿਸ਼ਵਾਸ ਕੀਤਾ, ਇੱਕ ਵਾਰ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਕਰ, ਤੂੰ ਬਚਾਇਆ ਜਾਵੇਂਗਾ। ਮੈਂ ਫੈਸਲਾ ਲਿਆ, ਮੈਂ ਕਿਹਾ ਚਾਰੇ ਕੂੰਟਾਂ ਘੁੰਮੀ ਆਇਆ, ਚਾਰੇ ਦਿਸ਼ਾਵਾਂ ਘੁੰਮੀ ਆਇਆ, ਬਹੁਤ ਕੁਛ ਦਾਨ ਕੀਤਾ ਆ, ਬਹੁਤ ਕੁਛ ਲੁਟਾਇਆ ਆ, ਬਹੁਤ ਕੁਛ ਬਣ ਕੇ ਦੇਖ ਲਿਆ, ਪੱਲੇ ਕੁਛ ਨਹੀਂ ਪਿਆ। ਕਿਉਂ ਨਾ ਇੱਕ ਵਾਰ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਕੇ ਵੇਖਿਆ ਜਾਵੇ। ਪਰਮੇਸ਼ਰ ਦੇ ਪੁੱਤਰ ਤੇ ਵਿਸ਼ਵਾਸ ਕੀਤਾ, ਪਹਿਲੇ ਦਿਨ ਤੋਂ ਹੀ ਜੋ ਜੋ ਮੈਨੂੰ ਲੋੜੀਂਦਾ ਸੀ ਪਰਮੇਸ਼ਰ ਨੇ ਦੇਣਾ ਸ਼ੁਰੂ ਕਰ ਦਿੱਤਾ। ਧਨ ਦੌਲਤ ਦੀ ਗੱਲ ਨਹੀਂ ਕਰਦਾ, ਜ਼ਮੀਨ ਜਾਇਦਾਦ ਦੀ ਗੱਲ ਨਹੀਂ ਕਰਦਾ, ਜੀਵਨ ਦੀ ਸ਼ਾਂਤੀ, ਜੀਵਨ ਮਨ ਨੂੰ ਸਕੂਨ, ਸਰੀਰ ਦੀ ਤੰਦਰੁਸਤੀ, ਜ਼ਿੰਦਗੀ ਨੂੰ ਖੁਸ਼ੀ ਮੇਰੇ ਤੋਂ ਮਿਲਣੀ ਸ਼ੁਰੂ ਹੋ ਗਈ। ਵਿਸ਼ਵਾਸ ਕਰ ਲਿਆ ਤੇ ਉਹ ਨਹੀਂ ਤਾਂ ਨਾਸ਼ ਹੋ ਜਾਣਾ ਸੀ, ਖਤਮ ਹੋ ਜਾਣਾ ਸੀ। ਇੱਕ ਵਿਸ਼ਵਾਸ ਨੇ ਜੀਵਨ ਦੇ ਦਿੱਤਾ। ਕਹਿੰਦਾ ਹਰੇਕ ਜਿਹੜਾ ਵਿਸ਼ਵਾਸ ਕਰੇਗਾ ਨਾਸ਼ ਨਹੀਂ ਹੋਵੇਗਾ, ਤੇ ਜਿਹੜਾ ਨਹੀਂ ਵਿਸ਼ਵਾਸ ਕਰੇਗਾ, ਨਾ ਵਿਸ਼ਵਾਸ ਕਰਨ ਦਾ ਕਾਰਨ ਕੀ ਹੈ? ਕਿ ਸਾਡਾ ਭਰੋਸਾ ਅਜੇ ਵੀ ਸੰਸਾਰ ਤੇ ਹੈ, ਜਿਸ ਸੰਸਾਰ ਲਈ ਪ੍ਰਭੂ ਨੇ ਕਿਹਾ ਆ ਸੰਸਾਰ 'ਚ ਤੁਹਾਡੇ ਲਈ ਕਸ਼ਟ। ਅਜੇ ਵੀ ਕਿਤੇ ਨਾ ਕਿਤੇ ਦਿਮਾਗ 'ਚ, ਦਿਲ ਵਿੱਚ ਇਹ ਥਾਂ, ਕਿਸੇ ਥਾਂ ਦੇ ਉੱਤੇ
ਲੁਕੋ ਕੇ ਰੱਖਿਆ ਆ। ਇੱਕ ਦਿਨ ਸੰਸਾਰ 'ਚ, ਇੱਕ ਦਿਨ ਉਹਨਾਂ ਨੇ, ਇੱਕ ਦਿਨ ਇਹਨਾਂ ਨੇ ਸਾਥ ਦੇਣਾ ਹੀ ਆ। ਇੱਕ ਦਿਨ ਫਲਾਨਾ ਆਊਗਾ, ਇੱਕ ਦਿਨ ਉਹ ਆਊਗਾ। ਆਉਣ ਵਾਲੇ ਦੀ ਉਡੀਕ ਕਰੀ ਜਾਵੋ ਮੇਰੇ ਜੋ ਆਏਗਾ ਜ਼ਰੂਰ, ਲੇਕਿਨ ਤੁਹਾਨੂੰ ਘਾਟੇ ਪਾਉਣ ਦੇ ਲਈ, ਤੁਹਾਡੀ ਸ਼ਾਂਤੀ ਭੰਗ ਕਰਨ ਲਈ, ਤੁਹਾਡੀ ਤੰਦਰੁਸਤੀ ਭੰਗ ਕਰਨ ਦੇ ਲਈ, ਤੁਹਾਡੀ ਖੁਸ਼ੀ ਭੰਗ ਕਰਨ ਦੇ ਲਈ, ਤੁਹਾਡਾ ਆਨੰਦ ਭੰਗ ਕਰਨ ਦੇ ਲਈ। ਕਿਉਂਕਿ ਸ਼ੈਤਾਨ ਨੂੰ ਹੁਣ ਪਤਾ ਆ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਸੰਸਾਰ 'ਚ ਤੁਹਾਡੇ ਲਈ ਕੁਛ ਨਹੀਂ ਆ, ਪ੍ਰਭੂ ਦੇ ਵਿੱਚ ਹੀ ਆ। ਤੇ ਮੇਰੇ ਜੋ ਸ਼ੈਤਾਨ ਨੇ ਹੁਣ ਆਉਣਾ ਵੀ ਆ, ਤੁਹਾਨੂੰ ਫਿਰ ਸੰਸਾਰ ਦੀ ਖਿੱਚ ਪਾਉਣੀ ਉਹਨੇ, ਤੁਹਾਨੂੰ ਫਿਰ ਸੰਸਾਰ ਨਾਲ ਤੁਹਾਡਾ ਮੋਹ ਝਗਾਉਣਾ ਉਹਨੇ, ਤਾਂ ਕਿ ਤੁਸੀਂ ਫਿਰ ਸੰਸਾਰ 'ਚ ਜਾਵੋ ਤੇ ਕਸ਼ਟ ਭੋਗੋ। ਕਿਉਂਕਿ ਸ਼ੈਤਾਨ ਦਾ ਅਸਲ ਹਥਿਆਰ ਹੀ ਕਸ਼ਟ ਆ, ਜਿਹੜਾ ਦੇਣਾ ਹੀ ਦੇਣਾ ਉਹਨੇ। ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਨੂੰ ਭੇਜਿਆ ਕਾਹਦੇ ਲਈ? ਤਾਂ ਕਿ ਅਸੀਂ ਇੱਕ ਅਨੰਤ ਜੀਵਨ ਨੂੰ ਪਾ ਸਕੀਏ। ਤੇ ਸਾਨੂੰ ਲੱਗਦਾ ਪਾਸਟਰ ਦੇ ਹੱਥ ਰੱਖਣ ਨਾਲ ਅਨੰਤ ਜੀਵਨ ਮਿਲ ਜਾਣਾ, ਖੁਸ਼ੀ ਵਾਲਾ ਜੀਵਨ ਮਿਲ ਜਾਣਾ। ਨਹੀਂ, ਪਾਸਟਰ ਦੇ ਮੇਰੇ ਜੋ ਬੋਲਣ ਦੇ ਨਾਲ, ਜੋ ਕੁਝ ਵਚਨ ਚੋਂ ਬੋਲਦਾ ਆ, ਜੇ ਉਹਨੂੰ ਰਿਸੀਵ ਕਰ ਲਾਂਗੇ ਤਾਂ ਫਿਰ ਮੇਰੇ ਜੋ ਕੱਲੀ ਚੰਗਿਆਈ ਨਹੀਂ ਆ, ਦੁਨੀਆ ਦੀ ਹਰ ਖੁਸ਼ੀ ਤੇ ਹਰੇਕ ਆਨੰਦ ਤੁਹਾਨੂੰ ਪ੍ਰਾਪਤ ਹੋ ਸਕਦਾ ਆ। ਤੇ ਜੇ ਵਿਸ਼ਵਾਸ ਇਹ ਆ ਕਿ ਪਾਸਟਰ ਦੇ ਹੱਥ ਰਖਾਉਣ ਨਾਲ ਪ੍ਰਾਰਥਨਾ ਕਰਾਉਣੀ ਆ, ਹਾਂ ਇੱਕ ਬਿਮਾਰੀ ਤੋਂ ਆਜ਼ਾਦੀ ਮਿਲ ਜਾਏਗੀ, ਲੇਕਿਨ ਅਗਲੀਆਂ ਮੁਸ਼ਕਲਾਂ ਤੋਂ ਕਿੱਥੋਂ ਛੁਟਕਾਰਾ ਪਾਉਂਗੇ? ਹਾਲੇਲੂਇਆ। ਉਹ ਛੁਟਕਾਰਾ ਫਿਰ ਨਹੀਂ ਹੋਣਾ। ਪੜ੍ਹੀਏ 3:16 ਆਇਤ ਨੂੰ। ਕਿਉਂਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ। ਦੁਨੀਆ ਦੇ ਵਿੱਚ ਰਹਿਣ ਦੇ ਕਰਕੇ ਆਦਮ ਦੀ ਜ਼ਿੰਦਗੀ ਦੇ ਵਿੱਚ ਕਸ਼ਟ ਆਇਆ, ਆਦਮ ਨਾਸ਼ ਹੋ ਰਿਹਾ ਸੀ। ਪਰਮੇਸ਼ਰ ਦੇ ਦੂਤ ਨੇ ਆ ਕੇ ਮੇਰੇ ਜਦੋਂ ਅਸੀਂ ਲੂਕਾ ਦੀ ਕਿਤਾਬ ਨੂੰ ਪੜ੍ਹਦੇ ਆ ਨਾ, 2 ਅਧਿਆਇ ਉਹਦੀ 8 ਆਇਤ ਨੂੰ ਲਿਖਿਆ ਗਿਆ, ਉਹ ਅਯਾਲੀ ਜਿਹੜੇ ਰੜ ਦੇ ਵਿੱਚ ਆਪਣੇ ਇੱਜੜਾਂ ਦੀ ਰਾਖੀ ਕਰਦੇ ਸੀ। ਅਸੀਂ ਆਪਣੀ ਜ਼ਿੰਦਗੀ ਦੀ ਰਾਖੀ ਕਰਦੇ ਹਾਂ, ਹਰ ਵਬਾ ਤੋਂ, ਹਰ ਬਿਮਾਰੀ ਤੋਂ, ਭੁੱਖ ਤੋਂ, ਨੰਗ ਤੋਂ, ਤੰਗੀ ਤੋਂ, ਪਰੇਸ਼ਾਨੀ ਤੋਂ, ਗਰੀਬੀ ਤੋਂ, ਨਸ਼ੇ ਤੋਂ, ਬੁਰਾਈ ਤੋਂ, ਹਰ ਇੱਕ ਚੀਜ਼ ਤੋਂ ਰਾਖੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਸਾਡੇ ਉੱਤੇ ਅਟੈਕ ਨਾ ਹੋਵੇ, ਕੋਈ ਦੁਸ਼ਮਣ ਸਾਡੇ ਤੇ ਹਮਲਾ ਨਾ ਕਰੇ। ਲਿਖਿਆ ਗਿਆ ਜਦੋਂ ਰੜ ਦੇ ਵਿੱਚ ਅਯਾਲੀ ਆਪਣੇ ਇੱਜੜਾਂ ਦੀ ਰਾਤ ਨੂੰ ਰਾਖੀ ਕਰਦੇ ਪਏ ਸੀ। ਰਾਤ ਦਾ ਮਤਲਬ ਆ ਕਾਲ, ਤੇ ਕਾਲ ਦਾ ਮਤਲਬ ਆ ਹਨੇਰਾ, ਜਿੱਥੇ ਕੋਈ ਆਸ ਨਹੀਂ ਹੈ, ਕੁਝ ਨਹੀਂ ਦਿਖਾਈ ਦਿੰਦਾ। ਲਿਖਿਆ ਕਿ ਵੱਡਾ ਚਾਨਣ ਚਮਕਿਆ ਤਾਂ ਦੂਤ ਨੇ ਆਖਿਆ ਕਿ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਣਾ ਆ। ਜਿਸ ਜ਼ਿੰਦਗੀ ਦੇ ਵਿੱਚ, ਜਿਸ ਹਾਲਾਤ ਦੇ ਵਿੱਚ, ਜਿਸ ਸਮੇਂ ਦੇ ਵਿੱਚ ਤੁਸੀਂ ਡਰ ਰਹੇ ਆ ਆਪਣੇ ਲਈ, ਆਪਣੇ ਬੱਚਿਆਂ ਲਈ, ਆਪਣੇ ਇੱਜੜਾਂ ਲਈ, ਉਹ ਸਾਰੇ ਡਰ ਤੋਂ ਮੁਕਤੀ ਦਾਤਾ ਮੁਕਤ ਕਰਨ ਲਈ ਆ ਗਿਆ ਆ। ਉਹ ਮੁਕਤੀ ਦਾਤਾ ਕੌਣ ਹੈ? ਲਿਖਿਆ ਗਿਆ ਪਰਮੇਸ਼ਰ ਦਾ ਇਕਲੌਤਾ ਪੁੱਤਰ। ਵੱਡਾ ਚਾਨਣ ਕਦੋਂ ਚਮਕਿਆ ਉਹਨਾਂ ਦੇ ਜੀਵਨ 'ਚ? ਜਦੋਂ ਡਰ ਦੇ ਸਾਏ ਵਿੱਚ ਰੱਬ ਤੋਂ ਆਸ ਰੱਖਦੇ ਸੀ ਕਿ ਰੱਬ ਇੱਕ ਦਿਨ ਛੁਟਕਾਰਾ ਦੇਵੇਗਾ, ਤੇ ਪਰਮੇਸ਼ਰ ਦੇ ਦੂਤ ਨੇ ਆ ਕੇ ਖੁਸ਼ਖਬਰੀ ਸੁਣਾਈ ਆ ਕਿ ਵੇਖੋ ਪਰਮੇਸ਼ਰ ਦਾ ਪੁੱਤਰ ਇਸ ਧਰਤੀ ਉੱਤੇ ਪੈਦਾ ਹੋ ਗਿਆ ਆ, ਜਿਹੜਾ ਤੁਹਾਨੂੰ ਡਰ ਤੇ ਭੈ ਤੇ ਖੌਫ ਦੇ ਜੀਵਨ ਚੋਂ ਬਾਹਰ ਕੱਢੇਗਾ। ਪਰ ਤੁਹਾਨੂੰ ਉਸ ਦੇ ਪੁੱਤਰ ਕੋਲ ਜਾਣਾ ਪੈਣਾ ਆ, ਉਸ ਪੁੱਤਰ ਦੇ ਨਾਲ ਅਟੈਚਮੈਂਟ ਰੱਖਣੀ ਪੈਣੀ ਆ। ਕਿਉਂਕਿ ਜਿਹਦੇ ਕੋਲ ਸਾਨੂੰ ਕੋਈ ਆਸ ਹੁੰਦੀ, ਸਾਡੀ ਅਟੈਚਮੈਂਟ ਉਹਦੇ ਨਾਲ ਹੀ ਰਹਿੰਦੀ ਆ। ਪਾਣੀ ਦੇ ਲਈ ਅਸੀਂ ਟੂਟੀ ਮੋਟਰ ਦੇ ਨਾਲ ਆਪਣੀ ਅਟੈਚਮੈਂਟ ਰੱਖਦੇ ਹਾਂ। ਬਿੱਲ ਦੇਣਾ ਪੈਂਦਾ ਹੈ ਕਿ ਮੋਟਰ ਬਿੱਲ ਕੱਟਿਆ ਨਾ, ਮੀਟਰ ਕੱਟਿਆ ਨਾ ਜਾਵੇ ਤਾਂ ਮੋਟਰ ਨਹੀਂ ਚੱਲਣੀ, ਪਾਣੀ ਨਹੀਂ ਆਉਣਾ ਤਾਂ ਪਾਣੀ ਪੀ ਨਹੀਂ ਹੋਣਾ। ਰੋਟੀ ਦੇ ਲਈ ਅਨਾਜ ਦੇ ਨਾਲ ਅਟੈਚਮੈਂਟ ਰੱਖਦੇ ਹਾਂ। ਠੰਡ ਤੋਂ ਬਚਣ ਦੇ ਲਈ ਗਰਮ ਕੱਪੜਿਆਂ ਨਾਲ ਅਟੈਚਮੈਂਟ ਰੱਖਦੇ ਹਾਂ, ਆਪਣਾ ਰਿਸ਼ਤਾ ਬਣਾ ਕੇ ਰੱਖਦੇ ਹਾਂ ਕਿ ਇਹ ਸਾਨੂੰ ਬਚਾਏਗਾ। ਐਦਾਂ ਹੀ ਪਰਮੇਸ਼ਵਰ ਦੇ ਦੂਤ ਨੇ ਆ ਕੇ ਉਹਨਾਂ ਅਯਾਲੀਆਂ ਨੂੰ ਕਿਹਾ ਤੁਹਾਨੂੰ ਉੱਥੇ ਜਾਣਾ ਪੈਣਾ ਆ, ਜਾਓ ਤੇ ਵੇਖੋ ਬੈਤਲਹਮ ਦੇ ਵਿੱਚ ਤੁਹਾਡੇ ਲਈ ਮੁਕਤੀ ਦਾਤਾ ਪੈਦਾ ਹੋ ਗਿਆ ਆ, ਜਿਹੜਾ ਪੂਰੇ ਸੰਸਾਰ ਨੂੰ ਆਜ਼ਾਦੀ ਦੇਵੇਗਾ, ਛੁਟਕਾਰਾ ਦੇਵੇਗਾ। ਜਿਹੜੇ ਵਿਸ਼ਵਾਸ ਕਰਦੇ ਸੀ ਉਹ ਚਲੇ ਗਏ, ਉਹਨਾਂ ਨੇ ਦਰਸ਼ਨ ਕੀਤਾ। ਇਸੇ ਲਈ ਕਿਹਾ ਜਿਹੜਾ ਵਿਸ਼ਵਾਸ ਕਰੇਗਾ ਨਾਸ਼ ਨਹੀਂ ਹੋਵੇਗਾ। ਹੁਣ ਜੇ ਅੱਜ ਵੀ ਨਾਸ਼ ਹੋ ਰਹੇ ਆ, ਅੱਜ ਵੀ ਪੀੜਾ ਵਿੱਚ ਜੀਵਨ ਬਤੀਤ ਕਰ ਰਹੇ ਆ, ਗਲਤੀ ਕਿਸੇ ਦੀ ਨਹੀਂ, ਆਪਣੀ ਤੁਹਾਡੀ ਆ। ਤੁਹਾਡੀ ਆਪਣੀ ਗਲਤੀ ਆ ਕਿ ਤੁਸੀਂ ਅਜੇ ਪਰਮੇਸ਼ਰ ਦੇ ਪੁੱਤਰ ਨੂੰ ਸਥਾਨ ਨਹੀਂ ਦਿੱਤਾ। ਪੁੱਤਰ ਦਾ ਮਤਲਬ ਵਚਨ ਨੂੰ ਸਥਾਨ ਨਹੀਂ ਦਿੱਤਾ ਆਪਣੇ ਜੀਵਨ ਦੇ ਵਿੱਚ। ਲਾਪਰਵਾਹੀ ਦੇ ਨਾਲ ਜੀਵਨ ਬਤੀਤ ਕਰੀ ਜਾ ਰਹੇ ਆ। ਇੱਕ ਸਮਾਂ ਆਉਣਾ ਆ, ਇੱਕ ਸਮਾਂ ਆਉਣਾ ਆ, ਤੁਸੀਂ ਵਚਨ ਦੀ ਪਰਵਾਹ ਕਰਨ ਵਾਲੇ ਬਣ ਜਾਣਾ ਆ ਤੇ ਖੁਦਾ ਨੇ ਤੁਹਾਡੇ ਲਈ ਲਾਪਰਵਾਹੀ ਕਰਨੀ ਸ਼ੁਰੂ ਕਰ ਦੇਣੀ ਹੈ। ਨਹੀਂ ਤਾਂ ਜਰਮੀਆ ਦੀ ਕਿਤਾਬ 'ਚ ਪੜ੍ਹ ਕੇ ਦੇਖਿਓ 17:18 ਅਧਿਆਇ ਦੇ ਵਿੱਚ,
ਜੇ ਮੁੜੋਗੇ ਪ੍ਰਭੂ ਵੱਲ ਨੂੰ, ਪ੍ਰਭੂ ਤੁਹਾਡੇ ਵੱਲ ਨੂੰ ਮੁੜੇਗਾ। ਜੇ ਤੁਸੀਂ ਪਿੱਠ ਕਰੋਗੇ ਪ੍ਰਭੂ ਵੱਲ ਨੂੰ, ਪਿੱਠ ਪ੍ਰਭੂ ਨੇ ਵੀ ਕਰ ਲੈਣੀ ਹੈ, ਲਿਖਿਆ ਬਾਈਬਲ 'ਚ। ਪਰਮੇਸ਼ਵਰ ਨੇ ਸਾਡਾ ਜੀਵਨ ਆਪਣੇ ਪੁੱਤਰ ਯੀਸ਼ੂ ਵਿੱਚ ਦੀ ਭੇਜ ਦਿੱਤਾ ਆ। ਫੜ ਲਓ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਨੂੰ। ਪਰਛਾਵਿਆਂ ਤੋਂ ਫਲ ਤੋੜ ਕੇ ਨਹੀਂ ਖਾਦੇ ਜਾ ਸਕਦੇ। ਜੇ ਤੁਸੀਂ ਕਹੋ ਨਾ ਕਿ ਪਰਛਾਵੇਂ 'ਚ ਇੱਕ ਕੇਲਿਆਂ ਦਾ ਬੂਟਾ ਆ, ਕੇਲੇ ਲੱਗੇ ਹੋਏ ਆ, ਤੁਹਾਡਾ ਜੀ ਕਰਦਾ ਖਾਣ ਨੂੰ, ਤੁਸੀਂ ਕੇਲਿਆਂ ਤੱਕ ਨਹੀਂ ਪਹੁੰਚ ਸਕਦੇ ਪਰ ਉਹਦੇ ਪਰਛਾਵੇਂ ਤੱਕ ਪਹੁੰਚ ਜਾਂਦੇ ਆ। ਪਰਛਾਵਾਂ ਧਰਤੀ ਤੇ ਹੀ ਹੁੰਦਾ ਤੇ ਪਰਛਾਵੇਂ ਦਾ ਖਾ ਕੇ ਰੱਜ ਜਾਓਗੇ। ਦੱਸ ਸਕਦੇ ਆ ਕਿ ਕੇਲਾ ਮਿੱਠਾ ਕਿ ਫਿੱਕਾ? ਤੁਹਾਨੂੰ ਅਸਲੀ ਖਾਣਾ ਪੈਣਾ। ਜਿੰਨਾ ਮਰਜ਼ੀ ਦੁਨੀਆ ਤੇ ਘੁੰਮ ਲਓ, ਜਿੰਨਾ ਮਰਜ਼ੀ ਦੌੜ ਲਓ, ਇਹ ਪਰਛਾਵਾਂ ਹੀ ਆ। ਅਸਲ ਯਿਸੂ ਮਸੀਹ, ਜਿੱਤ ਯਿਸੂ ਮਸੀਹ ਦੇ ਕੋਲ ਆ, ਜ਼ਿੰਦਗੀ ਯਿਸੂ ਮਸੀਹ ਕੋਲ ਆ। ਸਾਨੂੰ ਅਸਲ ਦੇ ਕੋਲ ਆਉਣਾ ਹੀ ਪੈਣਾ, ਕਿਉਂਕਿ ਉਹਦੇ ਵਿੱਚ ਹੀ ਸਾਡੀ ਜ਼ਿੰਦਗੀ ਆ, ਉਹਦੇ ਵਿੱਚ ਹੀ ਸਾਡਾ ਆਨੰਦ ਆ। ਯਿਸੂ ਮਸੀਹ ਨੇ ਕਿਹਾ ਜੀਵਨ ਦੀ ਰੋਟੀ ਮੈਂ ਹਾਂ, ਜਿਹੜਾ ਮੇਰੇ ਵਿੱਚੋਂ ਖਾਵੇਗਾ ਕਦੀ ਵੀ ਮਰੇਗਾ ਨਹੀਂ। ਇਹ ਕਿਹੜਾ ਮਰਨਾ ਆ? ਜਿਹੜਾ ਆਦਮ ਦਾ ਅਦਨ ਦੀ ਵਾਟਿਕਾ ਤੋਂ ਬਾਹਰਲਾ ਸੀ। ਰੋਜ਼ ਰੋਜ਼ ਮਰਨਾ, ਇੱਕੋ ਵਾਰੀ ਸਵਾਸ ਖਤਮ ਨਹੀਂ ਹੋਣੇ, ਰੋਜ਼ ਰੋਜ਼ ਮਰਨਾ, ਹਰ ਪਲ ਹਰ ਘੜੀ ਮਰਨਾ। ਇਸ ਮੌਤ ਦਾ ਗੱਲ ਕੀਤੀ ਗਈ ਆ। ਯਿਸੂ ਨੇ ਕਿਹਾ ਕਿ ਉਹ ਜੀਵਨ ਦੀ ਰੋਟੀ ਮੈਂ ਆ। ਕਿਹਦੇ ਲਈ ਆ? ਇਹ ਰੋਟੀ ਤੁਹਾਡੇ ਲਈ ਆ। ਤਾਂ ਅਸੀਂ ਉਹ ਖਾਂਦੇ ਨਹੀਂ ਆ, ਅਸੀਂ ਉਹਨੂੰ ਪਸੰਦ ਨਹੀਂ ਕਰਦੇ। ਪਰਮੇਸ਼ਵਰ ਨੇ ਸ਼ਾਂਤੀ ਆਪਣੇ ਪੁੱਤਰ ਵਿੱਚ ਦੀ ਹੋ ਕੇ ਸਾਨੂੰ ਭੇਜੀ। ਅਸੀਂ ਉਥੋਂ ਲੈਣਾ ਨਹੀਂ ਚਾਹੁੰਦੇ ਜਿੱਥੋਂ ਸਾਡਾ ਹਿੱਸਾ ਆ। ਜਿੱਥੇ ਸਾਡਾ ਆਨੰਦ ਆ ਅਸੀਂ ਉਹਦੇ ਵਿੱਚੋਂ ਲੈਣਾ ਨਹੀਂ ਚਾਹੁੰਦੇ ਜਿੱਥੇ ਸਾਡਾ ਹਿੱਸਾ ਆ। ਜੀਵਨ ਦੀ ਰੋਟੀ ਜਿਹੜੀ ਮੁਕਤੀ ਦੇਣ ਵਾਲੀ ਆ, ਉਹ ਯਿਸੂ ਮਸੀਹ ਦੇ ਵਿੱਚ ਦੀ ਹੋ ਕੇ ਸਾਨੂੰ ਭੇਜਦੀ। ਅਸੀਂ ਉਹ ਚੋਂ ਲੈਣਾ ਨਹੀਂ ਚਾਹੁੰਦੇ। ਅਸੀਂ ਆਪਣਾ ਜੀਵਨ, ਆਪਣਾ ਆਨੰਦ, ਆਪਣੀ ਸ਼ਾਂਤੀ ਸੰਸਾਰ ਚੋਂ ਲੈਣਾ ਚਾਹੁੰਦੇ ਆ, ਪਰ ਬਾਈਬਲ ਕਹਿੰਦੀ ਹੈ ਕਿ ਉੱਥੇ ਤੁਹਾਨੂੰ ਕਸ਼ਟ ਆ, ਉੱਥੇ ਤੁਹਾਨੂੰ ਦੁੱਖ ਆ, ਉੱਥੇ ਤੁਹਾਨੂੰ ਪੀੜਾ ਆ। ਸੰਸਾਰ ਨਾਲ ਮੋਹ ਨਾ ਰੱਖੋ, ਨਾ ਸੰਸਾਰ 'ਚ ਰਹਿਣ ਵਾਲਿਆਂ ਨਾਲ ਮੋਹ ਰੱਖੋ, ਕਿਉਂਕਿ ਜੋ ਵੀ ਸੰਸਾਰ ਦੇ ਵਿੱਚ ਸਭ ਪੀੜਾਦਾਇਕ ਆ, ਪੀੜਾ ਦੇਣ ਵਾਲਾ ਆ। ਜੋ ਪਰਮੇਸ਼ਵਰ ਦੇ ਵਿੱਚ ਉਹੀ ਸੁੱਖ ਆ ਤੇ ਪ੍ਰਭੂ ਦੇ ਵਿੱਚ ਬਣੇ ਰਹਿਣ ਨਾਲ ਹੀ ਸਾਨੂੰ ਸੁੱਖ ਪ੍ਰਾਪਤ ਹੋ ਸਕਦਾ ਆ। ਜਿਹੜਾ ਨਿਸ਼ਚਾ ਕਰੇਗਾ, ਵਿਸ਼ਵਾਸ ਕਰੇਗਾ, ਨਾਸ਼ ਨਹੀਂ ਹੋਵੇਗਾ ਬਲਕਿ ਸਦਾ ਦਾ ਜੀਵਨ ਪਾਵੇਗਾ। ਇਹਦੀ 35 ਆਇਤ ਪੜ੍ਹੀਏ। ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ, ਪਿਤਾ ਪੁੱਤਰ ਦੇ ਨਾਲ ਪਿਆਰ ਕਰਦਾ ਹੈ ਅਤੇ ਸਭ ਕੁਝ ਉਹਦੇ ਹੱਥ ਸੌਂਪ ਦਿੱਤਾ ਹੈ। ਅਤੇ ਸਭੋ ਕੁਝ, ਤੁਹਾਡਾ ਸਭੋ ਕੁਝ ਉਹਦੇ ਹੱਥ ਸੌਂਪ ਦਿੱਤਾ ਉਹਨੇ। ਤੇ ਅਸੀਂ ਆਸ ਕਿਤੋਂ ਰੱਖਦੇ ਹਾਂ? ਸਾਡਾ ਵਿਸ਼ਵਾਸ ਕਿਤੇ ਆ? ਕਿਸ ਚੀਜ਼ ਤੇ ਵਿਸ਼ਵਾਸ ਰੱਖਿਆ ਕਿ ਇਹ ਸਾਡੀ ਖੁਸ਼ੀ ਵਧਾਵੇਗਾ, ਇਹ ਸਾਡਾ ਆਨੰਦ ਵਧਾਵੇਗਾ, ਇਹ ਸਾਡੇ ਘਰ ਨੂੰ ਜੋੜੇਗਾ? ਲਿਖਿਆ ਪਿਤਾ ਪੁੱਤਰ ਨੂੰ ਪਿਆਰ ਕਰਦਾ ਆ ਤੇ ਸਭੋ ਕੁਝ ਉਸ ਨੂੰ ਸੌਂਪ ਦਿੱਤਾ ਆ। ਇਸੇ ਲਈ ਯਿਸੂ ਮਸੀਹ ਨੇ ਅੰਜੀਲ, ਮੱਤੀ ਦੀ ਅੰਜੀਲ ਆਖਰੀ ਅਧਿਆਇ ਦੇ ਵਿੱਚ ਇਸ ਗੱਲ ਨੂੰ ਵੀ 28 ਦੀ 19 ਚ ਲਿਖਿਆ ਆ, ਧਰਤੀ ਤੇ ਆਸਮਾਨ ਦਾ ਸਾਰਾ ਅਧਿਕਾਰ ਕਿਹਨੂੰ ਦਿੱਤਾ ਗਿਆ? ਯਿਸੂ ਨੇ ਕਿਹਾ ਮੈਨੂੰ ਦਿੱਤਾ। ਹਾਲੇਲੂਇਆ। ਜ਼ਮੀਨ ਦੇ ਉੱਤੇ ਰਹਿੰਦਿਆਂ ਜੋ ਜ਼ਮੀਨੀ ਖੁਸ਼ੀ ਤੁਹਾਨੂੰ ਚਾਹੀਦੀ ਆ, ਜ਼ਮੀਨ ਤੇ ਰਹਿੰਦਿਆਂ ਜੋ ਸਵਰਗ ਦੀ ਸ਼ਾਂਤੀ ਤੁਹਾਨੂੰ ਚਾਹੀਦੀ ਆ, ਯਿਸੂ ਮਸੀਹ ਕਹਿ ਰਹੇ ਆ ਕਿ ਉਹ ਸਾਰੇ ਦਾ ਅਧਿਕਾਰ ਤਾਂ ਮੇਰੇ ਕੋਲ ਆ। ਕਿਉਂ? ਕਿਉਂਕਿ ਲਿਖਿਆ ਗਿਆ ਪਿਤਾ ਪੁੱਤਰ ਨੂੰ ਪਿਆਰ ਕਰਦਾ ਆ, ਇਸੇ ਲਈ ਉਹਨੇ ਸਭੋ ਕੁਝ ਉਸ ਨੂੰ ਸੌਂਪ ਦਿੱਤਾ ਤਾਂ ਕਿ ਤੁਹਾਨੂੰ ਦੇ ਸਕੇ। ਪਿਤਾ ਨੇ ਪੁੱਤਰ ਤੋਂ ਕੁਝ ਵੀ ਛੁਪਾ ਕੇ ਨਹੀਂ ਰੱਖਿਆ ਤੇ ਪੁੱਤਰ ਵੀ ਆਪਣੇ ਵਿਸ਼ਵਾਸੀਆਂ ਤੋਂ, ਆਪਣੇ ਪ੍ਰੇਮੀਆਂ, ਉਪਾਸਕਾਂ ਤੋਂ ਕੁਝ ਛੁਪਾ ਕੇ ਨਹੀਂ ਰੱਖਦਾ। ਜੇ ਸਭੋ ਕੁਝ ਪਿਤਾ ਨੇ ਪੁੱਤਰ ਨੂੰ ਸੌਂਪ ਦਿੱਤਾ ਤੇ ਪੁੱਤਰ ਵੀ ਤੁਹਾਨੂੰ ਸੌਂਪਣਾ ਚਾਹੁੰਦਾ ਆ। ਇਸੇ ਲਈ ਪ੍ਰਕਾਸ਼ ਦੀ ਪੋਥੀ 22 ਅਧਿਆਇ ਦੇ ਵਿੱਚ ਫਿਰ ਜਾਵਾਂਗੇ, ਅਸੀਂ ਉਸ ਆਇਤ ਨੂੰ ਪੜਾਂਗੇ। ਪਿਤਾ ਪੁੱਤਰ ਨੂੰ ਪਿਆਰ ਕਰਦਾ ਆ, ਇਸੇ ਲਈ ਸਭੋ ਕੁਝ ਉਸ ਨੂੰ ਸੌਂਪ ਦਿੱਤਾ। ਤੁਸੀਂ ਲਿਸਟ ਬਣਾਉਂਦੇ ਆ ਕਰਿਆਨੇ ਦੀ, ਇੱਕ ਇੱਕ ਚੀਜ਼। ਹੋ ਸਕਦਾ ਤੁਸੀਂ ਜਦੋਂ ਸਮਾਨ ਲੈ ਕੇ ਆਵੋ ਲਿਸਟ ਦੇ ਅਨੁਸਾਰ ਸਭੋ ਕੁਝ ਹੋਵੇ,
ਲੇਕਿਨ ਰਸੋਈ ਦੇ ਅਨੁਸਾਰ ਹੋ ਸਕਦਾ ਕੋਈ ਚੀਜ਼ ਮਿਸ ਹੋ ਗਈ ਹੋਵੇ, ਹੋ ਸਕਦਾ ਤੁਹਾਡੀ ਰਸੋਈ ਦੇ ਅਨੁਸਾਰ ਕੋਈ ਚੀਜ਼ ਮਿਸ ਹੋ ਗਈ ਹੋਵੇ, ਕਿਉਂਕਿ ਉਸ ਵੇਲੇ ਤੁਹਾਨੂੰ ਯਾਦ ਨਹੀਂ ਰਿਹਾ, ਤੁਹਾਡੇ ਦਿਮਾਗ 'ਚ ਨਹੀਂ ਆਇਆ। ਕਹਿਣ ਦਾ ਮਤਲਬ ਮਿਸਟੇਕ ਹੋ ਸਕਦੀ ਹੈ। ਤੁਹਾਡੇ ਕੋਲ ਆਪਣੀ ਰਸੋਈ ਦਾ ਸਿਸਟਮ ਸੰਭਾਲਣ ਲਈ ਮਿਸਟੇਕ ਹੋ ਸਕਦੀ ਹੈ, ਕੋਈ ਚੀਜ਼ ਰਹਿ ਸਕਦੀ ਆ। ਪਰ ਇੱਥੇ ਯਿਸੂ ਮਸੀਹ ਨੇ ਕੀ ਕਿਹਾ? ਹਾਂਜੀ ਹਾਂ, ਉਹੀ ਆਈ, ਜਿਹੜਾ ਧਿਆਇਆ ਹੋਵੇ, ਜਿਹੜਾ ਧਿਆਇਆ ਹੋਵੇ ਉਹ ਆਵੇ, ਉਹ ਆਵੇ, ਜਿਹੜਾ ਚਾਹੇ, ਜਿਹੜਾ ਚਾਹੇ। ਕੋਈ ਮਿਸਟੇਕ ਦਾ ਸਵਾਲ ਨਹੀਂ ਹੈ ਇੱਥੇ, ਕੋਈ ਭੁੱਲਣ ਵਾਲੀ ਗੱਲ ਨਹੀਂ ਹੈ ਇੱਥੇ, ਕਿਉਂਕਿ ਸਭ ਨੂੰ ਪਤਾ ਹੈ ਕਿ ਸਾਨੂੰ ਇਸ ਚੀਜ਼ ਦੀ ਪਿਆਸ ਆ, ਸਭ ਨੂੰ ਪਤਾ ਕਿ ਸਾਨੂੰ ਇਸ ਚੀਜ਼ ਦੀ ਭੁੱਖ ਆ, ਸਾਨੂੰ ਪਤਾ ਕਿ ਸਾਨੂੰ ਇਸ ਚੀਜ਼ ਦੇ ਨਾਲ ਤ੍ਰਿਪਤ ਅਸੀਂ ਹੋਣਾ ਆ। ਕਹਿੰਦਾ ਜਿਹੜਾ ਧਿਆਇਆ ਆ ਜੀ, ਉਹ ਆਵੇ, ਉਹ ਆਵੇ। ਯਿਸੂ ਨੇ ਕਿਹਾ ਮੇਰੇ ਕੋਲ ਆਵੇ, ਕਿਉਂਕਿ ਹਰੇਕ ਜਿਹੜਾ ਉਹਦੇ ਤੇ ਵਿਸ਼ਵਾਸ ਕਰਦਾ ਆ, ਭਾਵ ਉਹਦੇ ਕੋਲ ਆ ਜਾਂਦਾ ਆ, ਉਹ ਨਾਸ਼ ਨਹੀਂ ਹੁੰਦਾ, ਭੁੱਖਾ ਨਹੀਂ ਰਹਿੰਦਾ, ਪਿਆਸਾ ਨਹੀਂ ਰਹਿੰਦਾ। ਜਿਹੜਾ ਧਿਆਇਆ ਆ ਉਹ ਆਵੇ, ਜਿਹੜਾ ਚਾਹੇ, ਜਿਹੜਾ ਚਾਹੇ, ਕਿਸੇ ਵੀ ਤਰ੍ਹਾਂ ਦਾ, ਪਰ ਹੋਵੇ ਬਾਈਬਲ ਦੇ ਅਨੁਸਾਰ, ਹੋਵੇ ਬਾਈਬਲ ਦੇ ਅਨੁਸਾਰ। ਫਲਾਣੇ ਦਾ ਘਰ ਮੇਰੇ ਨਾਲ ਲੱਗ ਜਾਏ, ਫਲਾਣੇ ਦਾ ਪਲਾਟ ਮੇਰੇ ਨਾਲ ਲੱਗ ਜਾਏ, ਫਲਾਣੇ ਦੀ ਗੱਡੀ ਮੇਰੇ ਨਾਲ ਲੱਗ ਜਾਏ, ਫਲਾਣੇ ਦਾ ਐਕਸੀਡੈਂਟ ਹੋ ਜਾਏ, ਇਹ ਨਹੀਂ। ਬਾਈਬਲ ਦੇ ਅਨੁਸਾਰ ਜੋ ਪਰਮੇਸ਼ਵਰ ਸਾਡੇ ਤੋਂ ਮੰਗ ਕਰਦਾ ਆ ਸੁਭਾਅ 'ਚ, ਹਾਲੇਲੂਇਆ। ਜਿਹੜਾ ਚਾਹੇ, ਜਿਹੜਾ ਚਾਹੇ, ਇਹ ਨਹੀਂ ਫਲਾਣਾ ਆ ਗਿਆ, ਫਲਾਣਾ ਆ ਗਿਆ, ਫਲਾਣਾ ਆ ਗਿਆ, ਨਹੀਂ, ਇਹ ਨਹੀਂ। ਜਿਹੜਾ ਚਾਹੇ ਭਾਵ ਜਿੱਦਾਂ ਦੀ ਵੀ ਤੁਹਾਨੂੰ ਜ਼ਰੂਰਤ ਆ, ਜਿੱਦਾਂ ਦੀ ਵੀ ਤੁਹਾਨੂੰ ਲੋੜ ਆ, ਜਿਸ ਰੂਪ 'ਚ ਵੀ ਤੁਸੀਂ ਪਿਆਸੇ ਹੋ, ਜਿਸ ਰੂਪ ਦੇ ਵਿੱਚ ਵੀ ਤੁਹਾਨੂੰ ਪਿਆਸ ਲੱਗੀ ਆ, ਉਹਦੀ ਗੱਲ ਕੀਤੀ ਆ। ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ, ਮੁਫਤ ਲਵੇ, ਕਿਉਂਕਿ ਤੁਹਾਨੂੰ ਤ੍ਰਿਪਤ ਕਰਨ ਦਾ ਅਧਿਕਾਰ ਪਰਮੇਸ਼ਵਰ ਨੇ ਪੁੱਤਰ ਨੂੰ ਸੌਂਪ ਦਿੱਤਾ। ਤੇ ਪੁੱਤਰ ਇਹ ਗੱਲ ਆਖਦਾ ਹੈ ਕਿ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਆਰਾਮ ਸੱਟ ਚੋਟ ਬੁਖਾਰ ਤੋਂ ਨਹੀਂ ਗੱਲ ਕੀਤੀ ਗਈ, ਉਹ ਹਰੇਕ ਗੱਲ ਜਿਹੜੇ ਕਰਕੇ ਤੁਸੀਂ ਬੇਚੈਨ ਹੁੰਦੇ ਹੋ, ਤੁਹਾਡੇ ਉੱਤੇ ਦਿਮਾਗ ਦੇ ਉੱਤੇ ਲੋਡ ਪੈਂਦਾ ਆ, ਜਿਸ ਗੱਲ ਦੇ ਕਰਕੇ ਤੁਹਾਨੂੰ ਪ੍ਰੋਬਲਮ ਆ ਰਹੀ ਆ ਕਿ ਸਾਡੇ ਕੋਲ ਆ ਵੀ ਹੋਣਾ ਚਾਹੀਦਾ, ਫਲਾਣੇ ਦਾ ਨਹੀਂ ਆ ਹੋਣਾ ਚਾਹੀਦਾ, ਸਾਡੀ ਜ਼ਿੰਦਗੀ 'ਚ ਐਦਾਂ ਹੋਣੀ ਚਾਹੀਦੀ। ਖੁਦਾ ਕਰੇਗਾ। ਤੁਸੀਂ ਆਰਾਮ ਚਾਹੁੰਦੇ ਹੋ, ਨਸ਼ੇ ਤੋਂ ਤੁਸੀਂ ਆਰਾਮ ਚਾਹੁੰਦੇ ਆ ਕਿ ਹੁਣ ਬਸ ਨਸ਼ਾ ਨਹੀਂ ਚਾਹੀਦਾ। ਤੁਸੀਂ ਲੜਾਈ ਝਗੜੇ ਕਲੇਸ਼ ਤੋਂ ਆਰਾਮ ਚਾਹੁੰਦੇ ਆ, ਹੁਣ ਘਰ 'ਚ ਲੜਾਈ ਨਹੀਂ ਚਾਹੀਦੀ। ਹਸਬੈਂਡ ਵਾਈਫ ਦੇ ਵਿੱਚ ਹੁਣ ਨਫ਼ਰਤ ਨਹੀਂ, ਦੀਵਾਰ ਨਹੀਂ ਹੋਣੀ ਚਾਹੀਦੀ, ਹੁਣ ਪਿਆਰ ਹੋਣਾ ਚਾਹੀਦਾ, ਕਿਉਂਕਿ ਮੈਂ ਲੜ ਲੜ ਕੇ ਥੱਕ ਗਿਆ, ਮੈਂ ਸੁਣ ਸੁਣ ਕੇ ਥੱਕ ਗਿਆ। ਆਰਾਮ ਕਿਸੇ ਵੀ ਰੂਪ 'ਚ। ਜਦੋਂ ਕਹੀ ਦਿੰਦੇ ਨਾ ਬਸ ਹੁਣ ਤਾਂ ਰੱਬਾ, ਹੁਣ ਤਾਂ ਬਹੁਤ ਟਾਈਮ ਹੋ ਗਿਆ, ਹੁਣ ਤਾਂ ਸੁਣ ਲਾ, ਐਂਡ 'ਚ ਜਾ ਕੇ ਜਦੋਂ ਹੱਥ ਖੜੇ ਕਰ ਦਿੰਦੇ ਅਸੀਂ, ਮੀਨਸ ਅਸੀਂ ਆਪਣੀ ਪੋਜੀਸ਼ਨ ਦੇ ਨਾਲ, ਆਪਣੀ ਪ੍ਰੋਬਲਮ ਦੇ ਨਾਲ ਲੜ ਲੜ ਕੇ ਹਾਰ ਹਾਰ ਕੇ ਥੱਕ ਗਏ ਆ, ਬੋਲ ਬੋਲ ਕੇ ਥੱਕ ਗਏ ਆ, ਪ੍ਰਾਰਥਨਾ ਕਰ ਕਰਕੇ ਥੱਕ ਗਏ ਆ। ਹੁਣ ਤਾਂ ਬਸ ਹੋ ਗਈ ਆ, ਮੈਂ ਹੁਣ ਕਹਿ ਦੇਣਾ ਬਸ, ਹੁਣ ਤੁਹਾਡਾ ਹੀ ਫੈਸਲਾ ਚੱਲੂਗਾ, ਜੋ ਤੁਸੀਂ ਕਹੋਗੇ ਸੋ ਪੂਰਾ ਹੋ ਜਾਏਗਾ। ਥੱਕ ਗਏ ਨਾ, ਹਾਰ ਗਏ ਨਾ, ਹੁਣ ਤੁਸੀਂ ਆਰਾਮ ਚਾਹੁੰਦੇ ਆ, ਚਾਹੇ ਜਿੱਤ ਕੇ ਆਰਾਮ ਮਿਲੇ, ਚਾਹੇ ਹਾਰ ਕੇ ਆਰਾਮ ਮਿਲੇ, ਚਾਹੇ ਕਿਸੇ ਨੂੰ ਛੱਡ ਕੇ ਆਰਾਮ ਮਿਲੇ, ਚਾਹੇ ਕਿਸੇ ਨੂੰ ਪਾ ਕੇ ਆਰਾਮ ਮਿਲੇ, ਚਾਹੇ ਮਾਰ ਕੇ ਆਰਾਮ ਮਿਲੇ, ਚਾਹੇ ਮਰ ਕੇ ਆਰਾਮ ਮਿਲੇ, ਮੀਨਸ ਅਸੀਂ ਆਰਾਮ ਚਾਹੁੰਦੇ ਆ। ਯਿਸੂ ਨੇ ਕੀ ਕਿਹਾ? ਮੇਰੇ ਕੋਲ ਆ, ਮੈਂ ਤੁਹਾਨੂੰ ਆਰਾਮ ਦਵਾਂਗਾ, ਕਿਉਂਕਿ ਪਿਤਾ ਨੇ ਮੇਰੇ ਵਿੱਚ ਦੀ ਤੁਹਾਨੂੰ ਆਰਾਮ ਭੇਜਿਆ ਆ। ਯਿਸੂ ਮਸੀਹ ਦੇ ਕਹਿਣ ਦਾ ਮਤਲਬ ਕਿ ਪਿਤਾ ਨੇ ਮੇਰੇ ਵਿੱਚ ਦੀ ਤੁਹਾਡਾ ਆਰਾਮ ਭੇਜਿਆ ਆ। ਪਿਤਾ ਦੀ ਮਰਜ਼ੀ ਆ ਕਿ ਮੇਰੇ ਵਿੱਚ ਦੀ ਤੁਹਾਨੂੰ ਸ਼ਾਂਤੀ ਮਿਲੇ, ਕਿਉਂਕਿ ਪਿਤਾ ਨੇ ਮੈਨੂੰ ਸ਼ਾਂਤੀ ਦੇ ਕੇ ਭੇਜਿਆ ਆ। ਪਿਤਾ ਨੇ ਮੈਨੂੰ ਤੁਹਾਡਾ ਆਰਾਮ ਦੇ ਕੇ ਭੇਜਿਆ ਹੈ, ਪਰ ਆਉਣਾ ਤਾਂ ਪੈਣਾ ਹੀ ਆ। ਹਾਲੇਲੂਇਆ। ਸੁਣ ਲਿਆ ਵਚਨ, ਲੇਕਿਨ ਅਸੀਂ ਕੱਲ ਨੂੰ ਆਰਾਮ ਲੱਭਣ ਫਿਰ ਸੰਸਾਰ 'ਚ ਜਾਣਾ ਹੈ, ਫਿਰ ਕਸ਼ਟ ਪਾਉਣਾ ਆ। ਸੁਣ ਲਿਆ ਵਚਨ ਸ਼ਾਂਤੀ ਲਈ, ਫਿਰ ਸੰਸਾਰ 'ਚ ਜਾਣਾ ਆ। ਸੁਣ ਲਿਆ ਵਚਨ ਸ਼ਾਂਤੀ ਮੇਰੀ ਖੁਸ਼ੀ ਲਈ, ਫਿਰ ਸੰਸਾਰ 'ਚ ਜਾਣਾ ਆ। ਫਿਰ ਜਦੋਂ ਫੇਲ ਹੋ ਜਾਂਦੇ ਆ, ਪ੍ਰਭੂ ਦੀ ਮਰਜ਼ੀ ਹੈ, ਜੋ ਉਹਨੇ ਕਰਨਾ ਉਹੀ ਹੋਣਾ। ਤੇ ਜੇ ਪ੍ਰਭੂ ਦੀ ਮਰਜ਼ੀ ਤੇ ਤਾਂ ਫਿਰ ਪ੍ਰਭੂ ਦੀ ਮਰਜ਼ੀ ਚੱਲਣ ਵਾਲਾ ਕਦੀ ਵੀ ਸੰਸਾਰ 'ਚ ਨਹੀਂ ਜਾਂਦਾ। ਜੇ ਪਰਮੇਸ਼ਰ ਨੇ ਸੰਸਾਰ 'ਚ ਭੇਜਿਆ ਕਿਸੇ ਬਖਸ਼, ਤੇ ਫਿਰ ਤੁਹਾਨੂੰ ਜਿੱਤ ਕੇ ਵਾਪਸ ਲੈ ਕੇ ਆਵੇਗਾ।
ਫਿਰ ਤੁਹਾਨੂੰ ਜਿੱਤ ਕੇ ਲੈ ਕੇ ਆਵੇਗਾ। ਤੇ ਅਸੀਂ ਤਾਂ ਉਹਦੇ ਮੂੰਹ ਲਮਕਾ ਕੇ ਰੱਬ ਦੀ ਇਹੀ ਮਰਜ਼ੀ ਸੀ, ਰੱਬ ਨਹੀਂ ਚਾਹੁੰਦਾ ਸੀ ਇਹ ਕੰਮ ਹੋਵੇ। ਤੇ ਜੇ ਰੱਬ ਨਹੀਂ ਚਾਹੁੰਦਾ ਸੀ ਤਾਂ ਰੱਬ ਤੁਹਾਨੂੰ ਲੈ ਕੇ ਕਿਉਂ ਗਿਆ ਉਧਰ ਨੂੰ? ਹਾਲੇਲੂਇਆ। ਕਿਉਂ ਘਾਟੇ ਖਾ ਰਹੇ ਆ? ਕਿਉਂ ਆਪਣੇ ਜੀਵਨ ਦਾ, ਆਪਣੀ ਫੈਮਿਲੀ ਦਾ ਘਾਣ ਕਰਵਾ ਰਹੇ ਆ ਸ਼ੈਤਾਨ ਤੋਂ? ਕਿਉਂ ਅਸੀਂ ਰੋਜ਼-ਰੋਜ਼ ਰੋ ਕੇ ਦਿਨ ਕੱਢਦੇ ਆ? ਕਿਉਂ ਜਾਗ ਕੇ ਅੱਖਾਂ 'ਚ ਰਾਤਾਂ ਕੱਢ ਦਿੰਦੇ ਆ? ਕਿਉਂ ਤੜਫਦੇ ਆ ਰੋਜ਼-ਰੋਜ਼? ਕਿਉਂ ਤੜਫਾਉਂਦੇ ਆ ਆਪਣੇ ਫੈਮਿਲੀ ਨੂੰ ਰੋਜ਼-ਰੋਜ਼? ਕਿ ਖੁਦਾ ਨੇ ਆਪਣੇ ਪੁੱਤਰ ਯਿਸੂ ਮਸੀਹ ਵਿੱਚ ਦੀ ਜੀਵਨ ਭੇਜ ਦਿੱਤਾ। ਤੇ ਵਿਸ਼ਵਾਸ ਕਰਕੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਚਲਾਓ, ਯਿਸੂ ਤੁਹਾਨੂੰ ਆਰਾਮ ਦੇਵੇਗਾ, ਕਿਉਂਕਿ ਤੁਹਾਡਾ ਆਰਾਮ ਯਿਸੂ ਦੇ ਵਿੱਚ ਹੈ। ਕਿੰਨੇ ਸਮਝ ਰਹੇ ਆ? ਘਰ ਜਾਂਦਿਆਂ ਨੂੰ ਸਮਝ ਕਿੱਥੇ ਚਲ ਜਾਂਦੀ ਹੈ? ਫਿਰ ਘਰ ਜਾਂਦਿਆਂ ਨੂੰ ਸਮਝ ਕਿੱਥੇ ਚਲ ਜਾਂਦੀ ਜਿਹੜੀ ਇੱਥੇ ਸਮਝ ਦਿਖਾਉਂਦੇ ਆ? ਅਸੀਂ ਫੇਰ ਸੰਸਾਰ 'ਚ ਹੀ ਹੁੰਨੇ ਆ, ਸੰਸਾਰ 'ਚੋਂ ਖੁਸ਼ੀਆਂ ਲੱਭਦੇ ਆ, ਸੰਸਾਰ 'ਚੋਂ ਆਨੰਦ ਲੱਭਦੇ ਆ, ਸੰਸਾਰ ਨਾਲ ਹੀ ਖੁਸ਼ੀ ਮਨਾਉਂਦੇ ਆ, ਸੰਸਾਰੀ ਚੰਗੇ ਲੱਗਦੇ ਆ। ਰੱਬ ਵਾਲੇ ਤਾਂ ਸਾਡੀ ਗਲੀ ਵਿੱਚ ਦੀ ਵੀ ਨਾ ਲੰਘਣ, ਰੱਬ ਵਾਲੇ ਤਾਂ ਸਾਡੀ ਗਲੀ ਵਿੱਚ ਵੀ ਨਾ ਆਉਣ, ਕਿਤੇ ਦਿਸ ਨਾ ਪੈਣ, ਬਾਰੀ ਵਿੱਚ ਦੀ ਆਵਾਜ਼ ਨਾ ਮਾਰ ਲੈਣ। ਏਦਾਂ ਹੀ ਹੁੰਦੀ ਆ। ਹਾਲੇਲੂਇਆ। ਕਿੰਨਿਆਂ ਦੇ ਕੋਲ ਯਿਸੂ ਮਸੀਹ ਪੁੱਤਰ ਆ? ਭਾਵ ਕਿੰਨਿਆਂ ਦੇ ਕੋਲ ਪੁੱਤਰ ਆ? ਝੂਠਾ ਪੁੱਤਰ ਨਹੀਂ ਰੱਖਣਾ ਆਪਣੇ ਕੋਲ। ਬਾਈਬਲ ਦੇ ਵਿੱਚ ਦੋ ਤਰ੍ਹਾਂ ਦੇ ਪੁੱਤਰਾਂ ਦੀ ਗੱਲ ਕੀਤੀ ਹੈ। ਪਤਰਸ ਨੇ ਇੱਕ ਸ਼ੈਤਾਨ ਦਾ ਪੁੱਤਰ ਵੀ ਕਿਹਾ ਆ, ਤੇ ਬਾਈਬਲ ਇੱਕ ਪਰਮੇਸ਼ਰ ਦੇ ਪੁੱਤਰ ਦਾ ਜ਼ਿਕਰ ਕਰਦੀ ਆ। ਹੁਣ ਇਹਨਾਂ ਦੋਵਾਂ ਚੋਂ ਦੇਖਣਾ ਵੀ ਕਿਹਦੇ ਵਿੱਚ ਕਿਹੜਾ ਪੁੱਤਰ ਆ। ਜਿਹੜਾ ਵਚਨ ਤੋੜ ਕੇ ਵੀ ਕਹਿੰਦਾ ਮੇਰੇ ਵਿੱਚ ਪੁੱਤਰ ਆ ਨਾ, ਉਹ ਗੱਠ ਬੰਨ ਲਵੇ ਅੱਜ, ਉਹਦੇ ਕੋਲ ਸ਼ੈਤਾਨ ਦਾ ਪੁੱਤਰ ਆ। ਜਿਹੜਾ ਵਚਨ ਤੋੜਦਾ ਆ ਉਹ ਕਹਿੰਦਾ ਮੇਰੇ ਕੋਲ ਪੁੱਤਰ ਆ, ਉਹਦੇ ਵਿੱਚ ਸ਼ੈਤਾਨ ਦਾ ਪੁੱਤਰ ਆ। ਤੇ ਜਿਹੜਾ ਵਚਨ ਤੋੜ ਕੇ ਫਿਰ ਕੁਰਬਾਨੀ ਦੇਣ ਲਈ ਤਿਆਰ ਆ, ਉਹਦੇ ਵਿੱਚ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ। ਹਾਲੇਲੂਇਆ। ਪ੍ਰਾਰਥਨਾ ਨਾਲ ਨਹੀਂ ਸਾਬਤ ਕਰ ਸਕਦੇ ਕਿ ਅਸੀਂ ਸਾਡੇ ਅੰਦਰ ਪੁੱਤਰ ਆ। ਪ੍ਰਾਰਥਨਾ ਨਾਲ ਤੁਸੀਂ ਕਦੀ ਸਾਬਤ ਨਹੀਂ ਕਰ ਸਕਦੇ ਕਿ ਸਾਡੇ ਵਿੱਚ ਪਰਮੇਸ਼ਰ ਦਾ ਪੁੱਤਰ। ਜੇ ਤੁਹਾਡੇ ਮੂੰਹੋਂ ਕੋਈ ਗੱਲ ਨਿਕਲਦੀ ਉਹ ਪੂਰੀ ਹੁੰਦੀ ਹੈ, ਤੁਸੀਂ ਇਹ ਸਾਬਤ ਨਹੀਂ ਕਰ ਸਕਦੇ ਕਿ ਇਹ ਗੱਲ ਪਰਮੇਸ਼ਰ ਦੇ ਪੁੱਤਰ ਨੇ ਮੇਰੇ ਦੁਆਰਾ ਉਹ ਚ ਪ੍ਰਗਟ ਕੀਤੀ ਹੈ। ਨਹੀਂ, ਸ਼ੈਤਾਨ ਦੇ ਪੁੱਤਰ ਤਾਂ ਥਾਂ ਥਾਂ ਪਿੱਪਲਾਂ ਥੱਲੇ, ਬੋੜਾਂ ਥੱਲੇ ਡੇਰੇ ਲਾ ਕੇ ਬੈਠੇ, ਉਹ ਦੱਸੀ ਜਾਂਦੇ ਭਵਿੱਖਬਾਣੀਆਂ। ਹਾਲੇਲੂਇਆ। ਤਾਸ਼ ਦੇ ਪੱਤਿਆਂ ਦੇ ਦੁਆਰਾ ਤੋਤਿਆਂ ਤੋਂ ਚੁਕਾ ਕੇ ਭਵਿੱਖਬਾਣੀਆਂ ਕਰੀ ਜਾਂਦੇ ਆ। ਕਈ ਪੂਰੀਆਂ ਵੀ ਹੋ ਜਾਂਦੀਆਂ ਆ ਕਿ ਉਹ ਪਰਮੇਸ਼ਰ ਦਾ ਪੁੱਤਰ ਆ, ਉਹ ਸ਼ੈਤਾਨ ਦਾ ਪੁੱਤਰ ਆ। ਕਈ ਤਰ੍ਹਾਂ ਦੇ ਨਾਲ ਚੱਲ ਭਬੂਤੇ ਦੇ ਕੇ ਗੱਲਾਂ ਕਰੀ ਜਾਂਦੇ ਆ। ਕਈ ਕੰਮ ਪਰਮੇਸ਼ਰ ਵੱਲੋਂ ਹੋਇਓ ਹੁੰਦੇ, ਲਿਖਿਓ ਹੁੰਦੇ ਕਿ ਸਾਡੀ ਜ਼ਿੰਦਗੀ 'ਚ ਹੋਣਾ ਹੀ ਹੋਣਾ ਆ। ਉਹ ਕਿਤੇ ਬਾਈ ਚਾਂਸ ਕਿਤੇ ਪੂਰਾ ਹੋ ਜਾਏ ਤਾਂ ਕੀ ਉਹ ਪਰਮੇਸ਼ਰ ਦੇ ਵੱਲੋਂ ਹੁੰਦਾ ਆ? ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਤੋਂ ਪਹਿਲਾਂ ਆਪਣੇ ਕਰੈਕਟਰ ਨੂੰ ਵਚਨ ਦੇ ਕਰੈਕਟਰ ਨਾਲ ਮੈਚ ਕਰਿਆ ਕਰੋ। ਹਰ ਗੱਲ ਨੂੰ ਡਿਕਲੇਅਰ ਕਰਨ ਤੋਂ ਪਹਿਲਾਂ ਆਪਣੇ ਕਰੈਕਟਰ ਨੂੰ ਬਾਈਬਲ ਦੇ ਕਰੈਕਟਰ ਦੇ ਅਨੁਸਾਰ ਮੈਚ ਕਰਿਆ ਕਰੋ ਕਿ ਕੀ ਮੈਂ ਵਚਨ ਨਾਲ ਮੈਚ ਹੁੰਦਾ ਆ, ਹੁੰਦੀ ਆ। ਪਿਛਲੇ ਦਿਨਾਂ ਦੇ ਵਿੱਚ ਮੈਂ ਪ੍ਰੇਅਰ ਦੇ ਵਿੱਚ ਬੈਠਾ ਔਰ ਪ੍ਰਾਰਥਨਾ ਕਰਦੇ ਮੈਨੂੰ ਨਹੀਂ ਪਤਾ ਮੇਰਾ ਦਿਮਾਗ ਕੁਝ ਗੱਲਾਂ ਤੇ ਚਲਾ ਗਿਆ। ਉਹ ਇੱਕ ਪਾਸਟਰ ਪ੍ਰਭੂ ਦਾ ਦਾਸ ਮੇਰੇ ਦਿਮਾਗ 'ਚ ਕੀ ਆ ਰਿਹਾ, ਉੱਚੀ ਉੱਚੀ ਦਰਵਾਜ਼ੇ ਬਣ ਗਿਆ। ਕਲੀਸਿਆ ਬੋਲੇ ਹਾਲੇਲੂਇਆ। ਕਲੀਸਿਆ ਬੋਲਦੀ ਆ। ਕਲੀਸਿਆ ਦਾ ਮਤਲਬ ਕੀ ਆ? ਕਲੀਸਿਆ ਦਾ ਮਤਲਬ ਕੀ ਆ? ਨਹੀਂ, ਸੰਗਤ ਨਹੀਂ ਉਠਾਈ ਜਾਣੀ, ਕਲੀਸਿਆ ਉਠਾਈ ਜਾਣੀ ਆ। ਸੰਗਤ ਦਾ ਸਿਰ ਮਸੀਹ ਨਹੀਂ ਹੈ, ਕਲੀਸਿਆ ਦਾ ਸਿਰ ਮਸੀਹ ਆ। ਇਦਾਂ ਹੀ ਹੈ, ਇਦਾਂ ਹੀ ਹੈ। ਜਦੋਂ ਕਹਿੰਦੇ ਕਲੀਸਿਆ ਬੋਲੇ ਹਾਲੇਲੂਇਆ ਤੇ ਸ਼ਰਾਬੀ ਵੀ ਹਾਲੇਲੂਇਆ ਬੋਲਦੇ ਆ। ਕੀ ਮਸੀਹ ਦੀ ਕਲੀਸਿਆ, ਮਸੀਹ ਦੀ ਦੇਹ ਨਸ਼ਾ ਕਰਨ ਵਾਲੀ ਆ? ਜੂਆ ਖੇਡਣ ਵਾਲਾ ਵੀ ਵਿੱਚ ਬੋਲਦਾ ਹਾਲੇਲੂਇਆ। ਕੀ ਮਸੀਹ ਦੀ ਦੇਹ ਜੂਆ ਖੇਡਦੀ ਆ? ਗਾਲਾਂ ਕੱਢਣ ਵਾਲਾ ਵੀ, ਨਸ਼ਾ ਕਰਨ ਵਾਲਾ ਵੀ ਉਸ ਵੇਲੇ ਉਹਨੂੰ ਕਹਿੰਦਾ, ਪਾਸਟਰ ਉਹਨੂੰ ਕਹੀ ਜਾਂਦਾ ਤੂੰ ਕਲੀਸਿਆ ਹੀ ਹੈ, ਕਲੀਸਿਆ ਬੋਲੋ, ਕਲੀਸਿਆ ਬੋਲੋ। ਕਲੀਸਿਆ ਦੇ ਵਿੱਚ ਨਸ਼ੇ ਵਾਲੇ ਆ, ਬੁਰਾਈ ਵਾਲੇ ਆ। ਕੀ ਕਲੀਸਿਆ ਭਾਵ ਮਸੀਹ ਦੀ ਦੇਹ ਐਦਾਂ ਦੇ ਪਾਪੀਆਂ ਦੀ ਦੇਹ ਆ? ਬੋਲੋ।
ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਅਸੀਂ ਇਸ ਸਥਾਨ ਤੋਂ ਬੋਲ ਦਿੰਦੇ ਲੇਕਿਨ ਉਹਦਾ ਮੀਨਿੰਗ ਬਹੁਤ ਗਲਤ ਹੋ ਜਾਂਦਾ। ਉਹਨਾਂ ਦਾ ਮੀਨਿੰਗ, ਇੱਕ ਪ੍ਰਭੂ ਦੇ ਦਾਸ ਨੂੰ ਮੈਂ ਸੁਣ ਰਿਹਾ, ਅੱਖਾਂ ਬੰਦ ਕੀਤੀਆਂ, ਉਹ ਫਰਮੈਸੀ ਕਰ ਰਿਹਾ, ਕਹਿੰਦਾ ਜਿਹਦੇ ਬੱਚਾ ਨਹੀਂ, ਜਿਹਦੇ ਮੁੰਡਾ ਨਹੀਂ ਆ, ਉਹ 119 ਜ਼ਬੂਰ ਪੜ੍ਹੇ, 3 ਵੀਰਵਾਰ ਉਹ ਪ੍ਰਾਰਥਨਾ ਕਰੇ। ਕੀ ਬਾਈਬਲ ਦੇ ਵਿੱਚ ਇਹ ਅਧਿਕਾਰ ਹੈਗਾ ਆ ਕਿ ਉਹ 3 ਵੀਰਵਾਰ ਪ੍ਰਾਰਥਨਾ ਕਰੇ, 119 ਜ਼ਬੂਰ ਪੜ੍ਹੇ ਤੇ ਮੁੰਡਾ ਹੋ ਜਾਊਗਾ? ਇੱਕ ਬਹੁਤ ਮੰਨਿਆ ਪਰਮੰਨਿਆ ਪਾਸਟਰ ਜਿਹੜਾ ਮਤਲਬ ਬਹੁਤ ਕਲੀਸਿਆ ਵਿੱਚ ਆਪਣੇ ਆਪ ਨੂੰ ਕਹਿਰਾਉਂਦਾ ਆ, ਕੀ ਪਰਮੇਸ਼ਰ ਦਾ ਆਤਮਾ ਇਹ ਤਾਂ ਗਾਈਡ ਕਰ ਸਕਦਾ ਕਿ 3 ਵੀਰਵਾਰ ਉਹ ਪ੍ਰਾਰਥਨਾ ਕਰੇ, 119 ਜ਼ਬੂਰ ਪੜ੍ਹੇ, ਜਿਹਦੇ ਮੁੰਡਾ ਨਹੀਂ ਉਹਦੇ ਮੁੰਡਾ ਹੋ ਜਾਣਾ, 119 ਜ਼ਬੂਰ ਨੇ ਉਹਦੇ ਮੁੰਡੇ ਪੈਦਾ ਕਰ ਦੇਣਾ, 3 ਵੀਰਵਾਰਾਂ ਨੇ ਉਹਦੇ ਮੁੰਡਾ ਪੈਦਾ ਕਰ ਦੇਣਾ। YouTube ਦੇ ਉੱਤੇ ਪਰਸੋਂ ਸੁਣਿਆ ਮੈਂ ਕਿਹਾ ਪਰਮੇਸ਼ਵਰ ਕਿ ਤੂੰ ਵੀ ਸੰਸਾਰ ਦੇ ਬਾਬਿਆਂ ਮੰਗ ਲਾਪਿਆ ਕੰਮ ਕਰਨਾ? 3 ਵੀਰਵਾਰ ਤੇਲ ਪਾਈ, 3 ਵੀਰਵਾਰ ਝਾੜੂ ਫੇਰੀ, 3 ਵੀਰਵਾਰ ਤੂੰ ਆਹ ਕੰਮ ਕਰੀ, ਦੁੱਧ ਨਾਲ ਕੱਚੀ ਲੱਸੀ ਨਾਲ ਆਹ ਚੀਜ਼ ਧੋਵੀਂ ਤੇ ਤੇਰਾ ਮੁੰਡਾ ਹੋ ਜਾਊਗਾ? ਕੀ ਬਾਈਬਲ 'ਚ ਲਿਖਿਆ? ਅੱਜ ਲੋਕ ਭਟਕ ਰਹੇ ਆ ਐਦਾਂ ਦੇ ਸਥਾਨਾਂ ਤੇ ਜਾ ਕੇ, ਪਰ ਮੈਂ ਦੱਸਣਾ ਚਾਹੁੰਦਾ ਆ ਅਸਲ ਸਾਡੀ ਜ਼ਿੰਦਗੀ ਦੀ ਆਸ਼ੀਸ਼ ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਵਿੱਚ ਰੱਖ ਦਿੱਤੀ ਆ। ਜਿਹੜਾ ਇਨਸਾਨ ਯਿਸੂ ਨੂੰ ਆਪਣੇ ਜੀਵਨ 'ਚ ਲੈ ਲੈਂਦਾ ਆ, ਉਹਦੇ ਜੀਵਨ 'ਚ ਪਰਮੇਸ਼ਰ ਕਦੀ ਘਾਟ ਹੋਣ ਨਹੀਂ ਦਿੰਦਾਗਾ। ਪਰਮੇਸ਼ਰ ਪ੍ਰਭੂ ਯਿਸੂ ਮਸੀਹ 3 ਵੀਰਵਾਰਾਂ 'ਚ ਕੈਦ ਨਹੀਂ ਆ, ਪਰਮੇਸ਼ਰ ਪ੍ਰਭੂ ਯਿਸੂ ਮਸੀਹ 3 ਸਬਤਾਂ 'ਚ ਕੈਦ ਨਹੀਂ ਆ, ਪ੍ਰਭੂ ਯਿਸੂ ਮਸੀਹ ਵਚਨ ਦੇ ਵਿੱਚ ਆ। ਹਾਲੇਲੂਇਆ। ਅਜੇ ਡੰਡ ਪਖੰਡ ਬੜਬੜੀਆਂ ਚਰਚਾਂ ਤੇ ਜਿਹੜੇ ਮੇਰੇ ਇਸੋ ਲੋਕਾਂ ਨੂੰ ਗੁੰਮਰਾਹ ਕਰ ਰਹੇ, ਭਰਮਾ ਰਹੇ ਆ, ਲੇਕਿਨ ਪਰਮੇਸ਼ਰ ਮੈਨੂੰ 1.5 ਮਹੀਨੇ ਤੋਂ ਲਗਾਤਾਰ ਇਸੇ ਗੱਲ ਦੇ ਉੱਤੇ ਲੈ ਕੇ ਆ ਰਿਹਾ ਕਿ ਮੇਰੇ ਦਾਸ ਕਲੀ ਸੰਗਤ ਨੂੰ ਦੱਸ, ਇਹਨਾਂ ਨੂੰ ਇਕੱਠਿਆਂ ਘਰ ਜਾ ਕੇ, ਜਿੱਥੇ ਮੈਨੂੰ ਬਹੁਤ ਸਮਾਂ ਸਾਲ ਹੋ ਗਿਆ ਸੀ ਗਿਆਨ ਨੂੰ, ਮੈਂ ਉਹਨਾਂ ਘਰਾਂ 'ਚ ਜਾ ਕੇ ਵੀ ਇਹੀ ਪ੍ਰਚਾਰ ਕਰਕੇ ਆਇਆ। ਮੇਰੇ ਇਸੋ ਪਰਮੇਸ਼ਰ ਕੀ ਕਹਿੰਦਾ ਆ ਕਿ ਮੈਂ ਚੰਗਾ ਜੀਵਨ ਇਹ 3 ਵੀਰਵਾਰਾਂ 3 ਐਤਵਾਰਾਂ ਦੇ ਵਿੱਚ, 3 ਸਬਤਾਂ ਦੇ ਵਿੱਚ, 4 ਸਬਤਾਂ 'ਚ ਨਹੀਂ ਰੱਖਿਆ। ਮੈਂ ਤੁਹਾਡਾ ਚੰਗਾ ਅਨੰਤ ਜੀਵਨ ਆਪਣੇ ਪੁੱਤਰ ਯਿਸੂ 'ਚ ਰੱਖ ਦਿੱਤਾ ਆ। ਜਿਹੜਾ ਯਿਸੂ ਮਸੀਹ ਨੂੰ ਆਪਣੇ ਜੀਵਨ 'ਚ ਰੱਖ ਲਵੇਗਾ, ਉਹ ਯਿਸੂ ਨੂੰ ਨਹੀਂ, ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ 'ਚ ਲੈ ਲੈਂਦਾ ਆ।